ਪੰਜਾਬੀ ਦੀ ਆਨਲਾਈਨ ਜਮਾਤ ਵਿੱਚ ਮੈਂ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ। ਅੱਜ ਬੱਚਿਓ ਆਪਾਂ ਪੰਜਾਬੀ ਦੇ ਇੱਕ ਖਾਸ ਵਿਸ਼ੇ ਤੇ ਗੱਲ ਕਰਾਂਗੇ। ਪੰਜਾਬੀ ਨਿਬੰਧ ਜਾਂ ਇਸ ਨੂੰ ਲੇਖ ਵੀ ਕਿਹਾ ਜਾਂਦਾ ਹੈ। ਇਹ ਪੇਪਰਾਂ ਵਿੱਚ ਤੁਹਾਨੂੰ 250 ਸ਼ਬਦਾਂ ਵਿੱਚ ਲਿਖਣਾ ਹੋਵੇਗਾ ਅਤੇ ਇਸ ਦੇ ਕੁੱਲ ਅੰਕ 15 ਹਨ। ਲੇਖ ਵਾਰਤਕ ਦਾ ਇੱਕ ਹਿੱਸਾ ਹੈ। ਇਹ ਕਿਸੇ ਵਿਸ਼ੇ ਤੇ ਆਧਾਰਿਤ ਕੋਈ ਰਚਨਾ ਹੁੰਦੀ ਹੈ। ਲੇਖ ਲਿਖਣ ਲਈ ਕਈ ਵਿਸ਼ੇ ਜਾਂ ਕਿਸਮਾਂ ਲਈਆਂ ਜਾ ਸਕਦੀਆਂ ਹਨ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਲੇਖ ਦੀਆਂ ਕਿਸਮਾਂ ਉੱਤੇ। ਲੇਖ ਨੂੰ ਸ਼ੈਲੀ ਅਨੁਸਾਰ 4 ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ, ਜਿਵੇਂ ਬਿਰਤਾਂਤਕ ਲੇਖ, ਵਿਚਾਰਾਤਮਕ ਲੇਖ, ਭਾਵਾਤਮਕ ਲੇਖ, ਵਰਣਨਾਤਮਕ ਲੇਖ। ਬਿਰਤਾਂਤਕ ਲੇਖ ਇਸ ਕਿਸਮ ਦੇ ਲੇਖਾਂ ਵਿੱਚ ਮਹਾਂਪੁਰਖਾਂ ਦੀਆਂ ਜੀਵਨੀਆਂ, ਜੀਵਨ ਦੀਆਂ ਭੁੱਲ ਯਾਦਾਂ, ਇਤਿਹਾਸ ਨਾਲ ਸੰਬੰਧਿਤ ਮਹੱਤਵਪੂਰਨ ਘਟਨਾਵਾਂ, ਸਕੂਲ ਜਾਂ ਕਾਲਜ ਪੱਧਰ ਤੇ ਕੀਤੀਆਂ ਜਾਂਦੀਆਂ ਯਾਤਰਾਵਾਂ ਦਿੱਤੀਆਂ ਜਾਂਦੀਆਂ ਹਨ, ਜਿਵੇਂ ਕਿ ਗੁਰੂ ਨਾਨਕ ਦੇਵ ਜੀ ਦਾ ਲੇਖ ਹੋ ਗਿਆ, ਗੁਰੂ ਗੋਬਿੰਦ ਸਿੰਘ ਜੀ ਦਾ ਹੋ ਗਿਆ, ਤੁਹਾਡੇ ਜੀਵਨ ਦੀ ਕੋਈ ਅਭੁੱਲ ਯਾਦ ਹੋ ਗਈ ਜਾਂ ਕਿਸੇ ਵੀ ਜਗ੍ਹਾ ਦੀ ਯਾਤਰਾ ਹੋ ਗਈ, ਤਾਜ ਮਹਿਲ ਦੀ ਯਾਤਰਾ ਹੋ ਗਈ, ਅੰਮ੍ਰਿਤਸਰ ਸਾਹਿਬ ਦੀ ਯਾਤਰਾ ਹੋ ਗਈ, ਕਿਸੇ ਵੀ ਜਗ੍ਹਾ ਦੀ ਯਾਤਰਾ ਹੋ ਗਈ। ਦੂਜਾ ਲੇਖ ਆਉਂਦਾ ਹੈ ਵਿਚਾਰਾਤਮਕ ਲੇਖ। ਇਹ ਲੇਖ ਕਿਸੇ ਲੇਖਕ ਜਾਂ ਗੁਰਬਾਣੀ ਦੀਆਂ ਤੁਕਾਂ ਤੇ ਆਧਾਰਿਤ ਜਾਂ ਕਿਸੇ ਅਖਾਣ ਜਾਂ ਕਿਸੇ ਸੂਖਮ ਵਿਸ਼ੇ ਤੇ ਆਧਾਰਿਤ ਹੁੰਦਾ ਹੈ, ਜਿਵੇਂ ਕਿ ਗੁਰਬਾਣੀ ਵਿੱਚੋਂ ਕੋਈ ਵੀ ਤੁਕਾਂ ਹੋ ਸਕਦੀਆਂ ਨੇ। ਇਹ ਮੈਂ ਉਦਾਹਰਨ ਵਜੋਂ 2 ਦਿੱਤੀਆਂ ਹਨ। ਮਨ ਜਿੱਤੇ ਜਗਜੀਤ, ਨਾਨਕ ਫਿੱਕਾ ਬੋਲੀਏ, ਤਨ ਮਨ ਫਿੱਕਾ ਹੋਏ। ਇਸ ਤੋਂ ਇਲਾਵਾ ਕੋਈ ਵੀ ਗੁਰਬਾਣੀ ਦੀ ਤੁਕ ਹੋ ਸਕਦੀ ਹੈ ਜਾਂ ਕੋਈ ਵੀ ਮੁਹਾਵਰਾ ਜਾਂ ਅਖਾਣ ਵੀ ਹੋ ਸਕਦਾ ਹੈ, ਜਿਸ ਨੂੰ ਤੁਸੀਂ ਵਿਸਥਾਰ ਵਿੱਚ ਲਿਖਣਾ ਹੁੰਦਾ ਹੈ। ਤੀਸਰਾ ਹੈ ਭਾਵਾਤਮਕ ਲੇਖ। ਇਹਨਾਂ ਲੇਖਾਂ ਵਿੱਚ ਕੋਈ ਭਾਵ ਜਾਂ ਜਜ਼ਬਾ ਪ੍ਰਧਾਨ ਹੁੰਦਾ ਹੈ, ਜਿਵੇਂ ਕਿ ਦੇਸ਼ ਪਿਆਰ ਦਾ ਲੇਖ। ਇਹਦੇ ਵਿੱਚ ਤੁਹਾਡੀਆਂ ਆਪਣੀਆਂ ਫੀਲਿੰਗਸ ਹੁੰਦੀਆਂ ਨੇ, ਤੁਸੀਂ ਆਪਣੇ ਜਜ਼ਬੇ ਨੂੰ ਪ੍ਰਧਾਨ ਰੱਖਦੇ ਹੋ। ਦੇਸ਼ ਪਿਆਰ ਦਾ, ਮਾਂ ਦੀ ਮਹਾਨਤਾ ਆਦਿ ਲੇਖ ਹੁੰਦੇ ਹਨ। ਚੌਥਾ ਹੁੰਦਾ ਹੈ ਵਰਣਨਾਤਮਕ ਲੇਖ। ਇਹ ਲੇਖ ਅੱਖੀ ਡਿੱਠਾ ਜਾਂ ਕਿਸੇ ਚੀਜ਼ ਦਾ ਹੂਬਹੂ ਵਰਣਨ ਕਰਨਾ, ਜਿਵੇਂ ਕਿ ਤੁਸੀਂ ਸਾਹਮਣੇ ਉਸ ਚੀਜ਼ ਨੂੰ ਦੇਖ ਰਹੇ ਹੋ, ਉਸ ਨੂੰ ਵਰਣਨਾਤਮਕ ਲੇਖ ਕਹਿੰਦੇ ਹਨ, ਜਿਵੇਂ ਪਿੰਡ ਦਾ ਕਿਸਾਨ, ਜਲੰਧਰ ਸ਼ਹਿਰ, ਪਹਾੜ ਦੀ ਸੈਰ ਆਦਿ। ਸੋ ਬੱਚਿਓ, ਹੁਣ ਆਪਾਂ ਗੱਲ ਕਰਾਂਗੇ ਕਿ ਲੇਖ ਲਿਖਣ ਵਾਸਤੇ ਕਿਹਨਾਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਲੇਖ ਲਿਖਣਾ ਇੱਕ ਕਲਾ ਹੈ। ਜੇ ਆਪਾਂ ਸੋਚੀਏ ਕਿ ਜੋ ਮੈਂ ਤੁਹਾਨੂੰ ਦੱਸਿਆ ਹੈ ਤੁਸੀਂ ਇਹਨੂੰ ਪੜ੍ਹ ਕੇ ਵਧੀਆ ਲੇਖ ਲਿਖਣ ਲੱਗ ਜਾਓਗੇ, ਨਹੀਂ। ਜਦ ਤੱਕ ਤੁਸੀਂ ਉਸਦਾ ਅਭਿਆਸ ਨਹੀਂ ਕਰੋਗੇ, ਉਸਨੂੰ ਬਾਰ-ਬਾਰ ਨਹੀਂ ਲਿਖੋਗੇ। ਸੋ ਲੇਖ ਲਿਖਦੇ ਹੋਏ ਆਰੰਭ ਤੇ ਖਾਸ ਦਾ ਧਿਆਨ ਰੱਖਣਾ ਚਾਹੀਦਾ ਹੈ। ਆਰੰਭ ਨੂੰ ਅਸੀਂ ਭੂਮਿਕਾ ਕਹਿੰਦੇ ਹਾਂ ਤੇ ਅੰਤ ਨੂੰ ਅਸੀਂ ਸਾਰਾਂਸ਼ ਕਹਿੰਦੇ ਹਾਂ। ਸੋ ਭੂਮਿਕਾ ਪੂਰੀ ਦੱਸ ਕੇ ਉਹਦੇ ਵਿੱਚ ਭੂਮਿਕਾ ਦੇ ਵਿੱਚ ਕਿ ਵੀ ਉਸਦਾ ਕਿਸ ਦੇ ਨਾਲ ਸੰਬੰਧ ਸੀ। ਜੇ ਆਪਾਂ ਤਿਉਹਾਰ ਦੀਵਾਲੀ ਦੀ ਗੱਲ ਕਰੀਏ ਤਾਂ ਦੀਵਾਲੀ ਦੀ ਭੂਮਿਕਾ ਹੋਏਗੀ, ਪਹਿਲਾਂ ਭਾਰਤ ਵਿੱਚ ਦੱਸਾਂਗੇ ਕਿਹੜੇ-ਕਿਹੜੇ ਤਿਉਹਾਰ ਮਨਾਏ ਜਾਂਦੇ ਹਨ, ਕਿਹੜੇ ਤਿਉਹਾਰ ਕਿਹੜੀ-ਕਿਹੜੀ ਰੁੱਤ ਵਿੱਚ ਆਉਂਦੇ ਹਨ, ਤੁਹਾਨੂੰ ਕਿਹੜਾ ਤਿਉਹਾਰ ਚੰਗਾ ਲੱਗਦਾ ਹੈ। ਇਸ ਤਰ੍ਹਾਂ ਹਰੇਕ ਤਿਉਹਾਰ ਦੀ ਪਹਿਲਾਂ ਭੂਮਿਕਾ ਰੱਖੀ ਜਾਏਗੀ ਤੇ ਅੰਤ ਉਹਦਾ ਬਹੁਤ ਹੀ ਖੂਬਸੂਰਤੀ ਨਾਲ ਕਰਨਾ ਹੋਵੇਗਾ। ਲੇਖ ਦੀ ਭਾਸ਼ਾ ਸਰਲ, ਮੁਹਾਵਰੇਦਾਰ ਤੇ ਪ੍ਰਭਾਵਸ਼ਾਲੀ ਵਿਆਕਰਨਿਕ ਦ੍ਰਿਸ਼ਟੀ ਤੋਂ ਸ਼ੁੱਧ ਹੋਣੀ ਚਾਹੀਦੀ ਹੈ। ਸੋ ਭਾਸ਼ਾ ਕੋਈ ਬਹੁਤੀ ਤੁਸੀਂ ਔਖੀ ਨਹੀਂ ਲਿਖਣੀ, ਸਰਲ ਹੋਵੇ, ਛੋਟੇ-ਛੋਟੇ ਵਾਕ ਹੋਣੇ ਚਾਹੀਦੇ ਨੇ। ਜੇ ਹੋ ਸਕੇ ਤਾਂ ਵਿੱਚ ਅਖਾਣ ਜਾਂ ਮੁਹਾਵਰਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਲੇਖ ਲਿਖਣ ਤੋਂ ਪਹਿਲਾਂ ਆਪਣੇ ਵਿਚਾਰਾਂ ਦੀ ਇੱਕ ਸੂਚੀ ਬਣਾ ਕੇ ਉਹਨਾਂ ਦਾ ਚੰਗੀ ਤਰ੍ਹਾਂ ਪ੍ਰਗਟਾ ਕਰੋ। ਇਹ ਨਾ ਹੋਵੇ ਕਿ ਅੰਤ ਵਾਲੀ ਲਾਈਨ ਅਸੀਂ ਪਹਿਲਾਂ ਲਿਖ ਰਹੀ ਹੋਈਏ ਤੇ ਪਹਿਲਾਂ ਵਾਲੀ ਅੰਤ ਵਿੱਚ। ਇਸ ਤਰ੍ਹਾਂ ਪਹਿਲਾਂ ਆਪਣੇ ਦਿਮਾਗ ਵਿੱਚ ਇੱਕ ਵਿਚਾਰਾਂ ਦੀ ਸੂਚੀ ਬਣਾ ਕੇ ਉਸੇ ਤਰੀਕੇ ਨਾਲ ਲਿਖਣਾ ਚਾਹੀਦਾ ਹੈ। ਲੇਖ ਵਿੱਚ ਇੱਕ ਗੱਲ ਨੂੰ ਬਾਰ-ਬਾਰ ਦੁਹਰਾਉਣਾ ਨਹੀਂ ਚਾਹੀਦਾ। ਆਪਾਂ ਪਹਿਲਾਂ ਚਿੱਠੀ ਤੇ ਪੱਤਰ ਵਿੱਚ ਵੀ ਗੱਲ ਕੀਤੀ ਸੀ ਕਿ ਇੱਕੋ ਗੱਲ ਨੂੰ ਬਾਰ-ਬਾਰ ਨਹੀਂ ਦੁਹਰਾਉਣਾ, ਨਾ ਹੀ ਕੌੜੇ ਤੇ ਭੱਦੇ ਸ਼ਬਦਾਂ ਦਾ ਇਸਤੇਮਾਲ ਕਰਨਾ ਹੈ। ਜੇ ਤੁਹਾਨੂੰ ਇਹ ਆ ਗਿਆ ਕਿ ਵਿਗਿਆਨ ਦੇ ਕੀ ਨੁਕਸਾਨ ਨੇ, ਤੁਸੀਂ ਆਪਣੇ ਉਹ ਚੰਗੀ ਭਾਸ਼ਾ ਵਿੱਚ ਲਿਖਣੇ ਹਨ। ਤੁਸੀਂ ਕੌੜੇ ਜਾਂ ਭੱਦੇ ਮਤਲਬ ਮਾੜੇ ਸ਼ਬਦਾਂ ਦਾ ਇਸਤੇਮਾਲ ਨਹੀਂ ਕਰਨਾ। ਸੋ ਕਿਸੇ ਵੀ ਵਿਸ਼ੇ ਤੇ ਲੇਖ ਲਿਖਣ ਲਈ ਤੁਹਾਡੇ ਕੋਲ 4-5 ਵਿਚਾਰ ਹੋ ਸਕਦੇ ਹਨ। ਇਹਨਾਂ ਵਿਚਾਰਾਂ ਨੂੰ ਅੱਡ-ਅੱਡ ਪੈਰੇ ਵਿੱਚ ਲਿਖਣਾ ਹੈ। ਇਹ ਨਹੀਂ ਕਿ ਜਿਹੜੇ 4-5 ਮੇਨ ਮੁੱਖ ਵਿਚਾਰ ਹਨ ਤੁਸੀਂ ਸਾਰੇ ਇੱਕੋ ਹੀ ਪੈਰਾਗ੍ਰਾਫ ਵਿੱਚ ਲਿਖ ਦਿਓ, ਨਹੀਂ। ਹਰ ਪੈਰੇ ਦਾ ਸਿਰਲੇਖ ਜਾਂ ਹੈਡਿੰਗ ਦੇਣਾ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਭੂਮਿਕਾ ਤੇ ਸਾਰਾਂਸ਼ ਤੋਂ ਇਲਾਵਾ ਤੁਹਾਡੇ 4 ਜਾਂ 5 ਪੈਰੇ ਹੋਰ ਬਣ ਜਾਣ। ਕਲਾ ਪੱਖੋਂ ਲੇਖ ਲਿਖਣ ਦੀ ਵਿਧੀ।
ਕਲਾ ਪੱਖੋਂ ਲੇਖ ਲਿਖਣ ਨੂੰ ਵਧੀਆ ਲਿਖਣ ਲਈ ਸਾਨੂੰ ਕੁਝ ਗੱਲਾਂ ਤੇ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ। ਸੋ ਸਭ ਤੋਂ ਜ਼ਰੂਰੀ ਗੱਲ ਹੈ ਬੱਚਿਓ ਕਿ ਲੇਖ ਲਿਖਣ ਵਾਸਤੇ ਸਾਨੂੰ ਆਮ ਜਾਣਕਾਰੀ ਦਾ ਹੋਣਾ। ਜੇ ਸਾਨੂੰ ਉਸ ਵਿਸ਼ੇ ਬਾਰੇ ਜਾਣਕਾਰੀ ਹੀ ਨਹੀਂ ਹੋਏਗੀ ਤਾਂ ਅਸੀਂ ਲੇਖ ਕਿਵੇਂ ਲਿਖਾਂਗੇ। ਇਹ ਜਾਣਕਾਰੀ ਸਾਨੂੰ ਕਿੱਥੇ ਮਿਲੇਗੀ? ਰਸਾਲਿਆਂ ਤੋਂ, ਜਾਣੀ ਕਿ ਮੈਗਜ਼ੀਨ, ਟੈਲੀਵਿਜ਼ਨ, ਰੇਡੀਓ, ਅਖਬਾਰ ਆਦਿ ਤੋਂ ਪ੍ਰਾਪਤ ਹੋ ਸਕਦੀ ਹੈ। ਕਿਸੇ ਵੀ ਲੇਖ ਵਿੱਚ ਕੋਈ ਅਣਹੋਣੀ ਗੱਲ ਨਹੀਂ ਹੁੰਦੀ, ਇਸ ਵਿੱਚ ਵਿਚਾਰਾਂ ਨੂੰ ਦੁਹਰਾਇਆ ਨਹੀਂ ਜਾ ਸਕਦਾ। ਸੋ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਬਾਰ-ਬਾਰ ਕੋਈ ਵਿੱਚ ਬੁਰੀ ਗੱਲ, ਕੋਈ ਮਾੜੀ ਸ਼ਬਦ ਦੀ ਵਰਤੋਂ ਨਹੀਂ ਕਰਾਂਗੇ ਤੇ ਨਾ ਹੀ ਇੱਕ ਵਿਚਾਰ ਨੂੰ ਬਾਰ-ਬਾਰ ਦੁਹਰਾਵਾਂਗੇ। ਲੇਖ ਨੂੰ ਸਮੇਂ ਮੁਤਾਬਕ ਸੰਖੇਪ ਵੀ ਕੀਤਾ ਜਾ ਸਕਦਾ ਹੈ ਤੇ ਵਿਸਥਾਰਪੂਰਵਕ ਵੀ ਲਿਖਿਆ ਜਾ ਸਕਦਾ ਹੈ। ਬੱਚਿਓ ਐਗਜ਼ਾਮ ਦੇ ਵਿੱਚ ਤੁਸੀਂ ਟਾਈਮ ਫਿਕਸ ਕੀਤਾ ਹੁੰਦਾ ਕਿ ਕਿੰਨੇ ਮਿੰਟ ਵਿੱਚ ਕਰਨਾ ਹੈ। ਜੇ ਤੁਹਾਨੂੰ ਲੱਗੇ ਕਿ ਤੁਹਾਡਾ ਐਸੇ ਜ਼ਿਆਦਾ ਵੱਡਾ ਹੋ ਰਿਹਾ ਹੈ ਪਰ ਟਾਈਮ ਘੱਟ ਹੈ, ਤੁਹਾਨੂੰ ਉੱਥੇ ਉਹਨੂੰ ਖਤਮ ਵੀ ਕਰਨਾ ਆਉਣਾ ਚਾਹੀਦਾ ਹੈ ਤਾਂ ਜੋ ਤੁਸੀਂ ਆਪਣਾ ਸਮਾਂ ਬਚਾ ਸਕੋ। ਲੇਖ ਲਿਖਣ ਵੇਲੇ ਦੋ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਉਹ ਹੈ ਆਦਿ ਤੇ ਅੰਤ। ਉਹਦੇ ਸ਼ੁਰੂਆਤ ਕਰਨੀ ਤੇ ਉਹਦਾ ਅੰਤ ਬਹੁਤ ਪ੍ਰਭਾਵਸ਼ਾਲੀ ਹੋਣਾ ਚਾਹੀਦਾ ਹੈ ਤੇ ਅੰਤ ਵੱਲ ਵੀ ਪੂਰਾ ਧਿਆਨ ਦੇਣਾ ਚਾਹੀਦਾ ਹੈ। ਲੇਖ ਦੀ ਸ਼ੈਲੀ ਸੁਚੱਜੀ, ਰਸਦਾਇਕ ਤੇ ਪ੍ਰਭਾਵਸ਼ਾਲੀ ਹੋਣੀ ਚਾਹੀਦੀ ਹੈ। ਭਾਸ਼ਾ ਬਹੁਤ ਮਿੱਠੜੀ ਹੋਣੀ ਚਾਹੀਦੀ ਹੈ ਤੇ ਬਹੁਤ ਵਧੀਆ ਹੋਣੀ ਚਾਹੀਦੀ ਹੈ। ਬੋਲੀ ਸਾਦੀ, ਠੇਠ ਤੇ ਮੁਹਾਵਰੇਦਾਰ ਹੋਣੀ ਚਾਹੀਦੀ ਹੈ। ਲੇਖ ਦੇ ਵਾਕ ਛੋਟੇ-ਛੋਟੇ ਤੇ ਅਰਥ ਭਰਪੂਰ ਹੋਣੇ ਚਾਹੀਦੇ ਹਨ। ਬੇਤੁਕੀਆਂ ਗੱਲਾਂ ਨਹੀਂ ਬੱਚਿਓ ਲਿਖਣੀਆਂ ਹੁੰਦੀਆਂ, ਚਾਹੇ ਛੋਟੇ ਵਾਕ ਹੋਣ ਪਰ ਉਹਨਾਂ ਦੇ ਵਿੱਚੋਂ ਅਰਥ ਹੋਣਾ ਚਾਹੀਦਾ ਹੈ। ਲੇਖ ਵਿੱਚ ਵਿਚਾਰਾਂ ਦੀ ਤਰਤੀਬ ਨੂੰ ਠੀਕ ਢੰਗ ਨਾਲ ਪੇਸ਼ ਕੀਤੇ ਜਾਣਾ ਚਾਹੀਦਾ ਹੈ। ਇਹ ਨਾ ਹੋਵੇ ਕਿ ਸ਼ੁਰੂਆਤ ਦੇ ਵਿੱਚ ਤੁਸੀਂ ਵਿਚਲਾ ਲਿਖ ਦਿਓ ਤੇ ਵਿੱਚੋਂ ਐਂਡ ਕਰਨ ਵਾਸਤੇ ਤੁਸੀਂ ਸ਼ੁਰੂਆਤ ਦੀਆਂ ਲਾਈਨਾਂ ਲਿਖ ਦਿਓ। ਸੋ ਵਿਚਾਰਾਂ ਨੂੰ ਤਰਤੀਬ ਵਿੱਚ ਸ਼ੁਰੂਆਤ ਕੀ ਕਰਨਾ ਹੈ, ਫਿਰ ਕੀ ਕਰਨਾ ਹੈ, ਫਿਰ ਉਸਦਾ ਅੰਤ ਅਸੀਂ ਕਿਵੇਂ ਕਰਨਾ ਹੈ। ਸੋ ਬੱਚਿਓ ਇਹਨਾਂ ਦੱਸੇ ਗਏ ਵਿਚਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ COVID-19 ਤੇ 250 ਸ਼ਬਦਾਂ ਦਾ ਲੇਖ ਲਿਖਣਾ ਹੈ। ਇਹ ਲੇਖ ਤੁਸੀਂ ਰਫ ਰਜਿਸਟਰ ਤੇ ਲਿਖੋਗੇ। ਧੰਨਵਾਦ।